ਕਲਟੀਵੇਟਰ ਘੱਟ ਹੈ, ਜ਼ਿਆਦਾਤਰ ਰੂਟਾਵਾਟਰ ਯੂਜ਼ ਕਰਦੇ ਨੇ। ਤੇ ਜਾਪਾਨ ਦੇ ਵਿੱਚ ਇਹ ਵੇ ਕਿ ਜ਼ਮੀਨ ਦੇ ਵਿੱਚੋਂ ਇੱਕ ਟਾਈਮ ਇੱਕ ਹੀ ਫਸਲ ਲੈਂਦੇ ਨੇ। अच्छा जिस जमीन ਦੇ ਵਿੱਚ ਚਾਵਲ ਲੱਗਦਾ ਹੈ ਉਹਦੇ ਵਿੱਚ ਹਮੇਸ਼ਾ ਹੀ ਚਾਵਲ ਲੱਗਦਾ ਹੈ। अच्छा जी हाँ जी, और ਜਿਹਦੇ ਵਿੱਚ ਸਬਜ਼ੀ ਲੱਗਦੀ ਹੈ ਉਹਦੇ ਵਿੱਚ ਸਬਜ਼ੀ ਲੱਗਦੀ ਹੈ। हाँ जी अस्सलाम वालेकुम जी। जी वालेकुम सलाम भाई की हाल ठीक ठाक? अल्लाह शुक्र ठीक ठाक। ਤੇ ਭਾਈ ਰਿਆਜ਼ ਕੋ ਆਇਆ ਸਪੈਸ਼ਲ ਤੁਸੀਂ ਜਾਪਾਨ ਜਿਨ੍ਹਾਂ ਦੀ ਵੀਡੀਓ ਵੇਖਦੇ ਅੱਜ ਤੁਸੀਂ ਲਾਈਵ ਵੇਖ ਲਿਆ ਭਾਈ ਰਿਆਜ਼। जी बिल्कुल, हमेशा ਤੁਹਾਡੇ ਦੋਨਾਂ ਦੀ ਤੁਹਾਡੀ ਆਵਾਜ਼ ਸੁਣਦੇ ਰਹਿੰਦੇ ਆ ਔਰ ਰਿਆਜ਼ ਭਾਈ ਨੂੰ ਤਾਂ ਹਮੇਸ਼ਾ ਗੱਲਾਂ ਬਾਤਾਂ ਕਰਦੇ ਦੇਖਦੇ ਨੇ ਤੇ ਬੜੀ ਪਿਆਰੀਆਂ ਗੱਲਾਂ ਕਰਦੇ ਨੇ। ਅੱਜ ਮੈਂ ਆਇਆ ਤੇ ਮੈਂ ਕਿਹਾ ਯਾਰ मैं अपने ट्रैक्टर ਦੀ ਜਿਹੜੀ छत है और जिन्ना भी काम है ना मैं रियाज भाई को करवाना है। माशाल्लाह बड़े प्यारे इंसान ने और बड़े कोऑपरेटिव ने और बहुत अपने भैन भाइयों की इज्जत करते हैं और प्राइस भी बिल्कुल इन्हां दी मुनासिब है और बड़े अच्छे लोग ने। हमेशा वास्ते जो भी जिस बंदे ने भी भाई ने कोई छत लवानी है या कोई भी काम कराना है, हल्ला लैनियां ने, हमेशा साडे भाई को लाओ ते बड़ा तावन करते हैं। हाँ जी, ते इंशाल्लाह अल्लाह दे हुक्म नाल सब भैन भरावां नूं इन्हां दी तरफों जिहड़ा जी वेलकम है ऑल द टाइम। हाँ जी, ਤੇ ਬਹੁਤ ਕੋਆਪਰੇਟਿਵ ਨੇ ਭਾਈ। ਜਾਪਾਨ 'ਚ ਤੁਸੀਂ ਰਹੇ, ਜਾਪਾਨ 'ਚ ਇਹੋ ਜਿਹੀਆਂ ਛੱਤਾਂ ਛੁੱਤਾਂ ਬਣਦੀਆਂ ਨੇ ਅੱਜ ਦੀਆਂ? ਜੀ ਬਿਲਕੁਲ ਹੁੰਦੀਆਂ ਨੇ, ਫਾਈਬਰ ਦੀਆਂ ਛੱਤਾਂ ਹੁੰਦੀਆਂ ਨੇ ਤੇ ਮਜ਼ੀਦ ਇਹਨਾਂ ਦੇ ਵਿੱਚ ਸ਼ਾਇਦ ਖੈਰ ਐਕਸਟਰਾ ਚੀਜ਼ਾਂ ਲਾਈਆਂ ਨੇ, ਲਾਈਟਾਂ ਲਾਈਆਂ ਨੇ, ਫਰੰਟ ਲਾਈਟਾਂ ਲਾਈਆਂ ਨੇ, ਪੱਖਾ ਲਾਇਆ ਹੈ, ਉੱਪਰ ਫੈਨ ਲਾਇਆ ਹੈ ਨਾ ਜੀ। ਉਸ ਤੋਂ ਬਾਅਦ ਚਾਰਜਰ ਵਾਸਤੇ ਸਟੀਰੀਓ ਵਗੈਰਾ ਵੀ ਦਿੱਤਾ ਹੈ। ਉਹ ਤਾਂ ਖੈਰ ਨਹੀਂ ਹੁੰਦਾ, ਸਿੰਪਲ ਛੱਤਾਂ ਹੁੰਦੀਆਂ ਨੇ। ਮਗਰ ਕੈਬਨ ਦੇ ਵਿੱਚ ਸਾਰੇ ਏਸੀ ਵਾਲੇ ਕੈਬਨ ਹੁੰਦੇ ਨੇ। ਛੋਟੇ ਵੀ ਟਰੈਕਟਰ ਹੈ ਨੇ ਔਰ ਬੜੇ ਵੀ ਨੇ और ज्यादातर जैपनीज लोग जेडे ने वो 4x4 ट्रैक्टर यूज करते हैं, चाहे छोटा ट्रैक्टर चाहे बड़ा ट्रैक्टर। हाँ जी हाँ जी, ਉਹਦੇ ਵਿੱਚ ਉਹ ਕਲਟੀਵੇਟਰ ਘੱਟ ਹੈ, ਜ਼ਿਆਦਾतर ਰੂਟਾਵਾਟਰ ਯੂਜ਼ ਕਰਦੇ ਨੇ। ਤੇ ਜਾਪਾਨ ਦੇ ਵਿੱਚ ਇਹ ਵੇ ਕਿ ਜ਼ਮੀਨ ਦੇ ਵਿੱਚੋਂ ਇੱਕ ਟਾਈਮ ਇੱਕ ਹੀ ਫਸਲ ਲੈਂਦੇ ਨੇ। अच्छा जिस ਜ਼ਮੀਨ ਦੇ ਵਿੱਚ ਚਾਵਲ ਲੱਗਦਾ ਹੈ ਉਹਦੇ ਵਿੱਚ ਹਮੇਸ਼ਾ ਹੀ ਚਾਵਲ ਲੱਗਦਾ ਹੈ। अच्छा जी हाँ जी, और ਜਿਹਦੇ ਵਿੱਚ ਸਬਜ਼ੀ ਲੱਗਦੀ ਉਹਦੇ ਵਿੱਚ ਸਬਜ਼ੀ ਲੱਗਦੀ ਹੈ। ਇਹ ਕੀ ਵਜ੍ਹਾ? हाँ जी, ਉਹਦੇ ਨਾਲ ਇਹ ਮੇਰਾ ਖਿਆਲ ਹੈ ਕਿ ਇੱਕ ਤਾਂ ਜ਼ਮੀਨ ਦੇ ਵਿੱਚ ਪੈਦਾਵਾਰ ਦੇ ਵਿੱਚ ਬਿਹਤਰੀ ਹੁੰਦੀ ਹੈ। अच्छा ਉਹਦੇ ਵਿੱਚ ਜਿੰਨਾ ਵੀ ਹੈ ਐਕਸਟਰਾ ਚੀਜ਼ਾਂ ਬੂਟੀਆਂ ਜਿਹੜੀ ਬੂਟੀਆਂ ਨਿਕਲ ਆਉਂਦੀਆਂ ਨੇ ਉਹ ਨਹੀਂ ਨਿਕਲਦੀਆਂ। अच्छा जी हाँ जी, और दूसरा पैदावार बहुत अच्छी है, बिल्कुल वेली रहती है जमीन। अच्छा ਹੁਣ मुंजी की काश्त हो गई है, ठीक है। ਹੁਣ ਉਹਨਾਂ ਨੇ ਕੀ ਕੀਤਾ ਕਿ ਰੂਟਾਵਾਟਰ ਚਲਾ ਕੇ ਉਹ ਜ਼ਮੀਨ ਨੂੰ ਜ਼ਰਾ ਥੋੜਾ ਜਿਹਾ ਕਲਟੀਵੇਟਰ ਕਰ ਦਿੱਤਾ। ਹੁਣ ਜ਼ਮੀਨ ਇਸ ਤਰ੍ਹਾਂ ਹੀ ਰਹਿਣੀ ਹੈ। ਅੱਛਾ, ਅੱਗੋਂ ਅਪ੍ਰੈਲ ਮਈ ਦੇ ਵਿੱਚ ਦੁਬਾਰਾ ਫਿਰ ਜਿਹੜੀ ਹੈ ਨਾ ਉਹਨਾਂ ਨੇ ਪੈਦਾਵਾਰ ਦੁਬਾਰਾ ਲਾਣੀ ਸ਼ੁਰੂ ਕਰਨੀ ਹੈ, ਕਾਸ਼ਤ ਕਰਨਾ ਸ਼ੁਰੂ ਕਰਨਾ ਹੈ। ਉਦੋਂ ਫਿਰ ਉਹਨਾਂ ਦੁਬਾਰਾ ਜਿਹੜਾ ਜ਼ਮੀਨ ਨੂੰ ਵਾਹਣਾ ਸ਼ੁਰੂ ਕਰਨਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਪਾਣੀ ਛੱਡ ਕੇ ਕੱਦੂ ਮਾਰ ਦੇਣਾ। ਕੱਦੂ ਮਾਰ ਕੇ ਤੇ ਮੁੰਜੀ ਲਾ ਦੇਣੀ। ਅੱਛਾ ਵਾਵਾ ਫਿਰ ਜ਼ਮੀਨਾਂ ਵਗੈਰਾ ਜਾਪਾਨ 'ਚ ਵੀ? ਸਰ ਜੀ ਜ਼ਮੀਨ ਜਾਪਾਨ ਦੀ ਥੋੜੀ ਜਿਹੀ ਵੀ ਖਾਲੀ ਨਹੀਂ ਰਹਿਣ ਦਿੰਦਾ। ਅੱਛਾ, ਹਰ ਜਾਪਾਨੀ ਨੇ ਆਪਣੇ ਘਰ ਦੇ ਵਿੱਚ ਚਾਹੇ ਉਹਨੂੰ ਥੋੜੀ ਜਿਹੀ ਜਗ੍ਹਾ ਮਿਲਦੀ ਹੈ ਨਾ, ਉਹਨੇ ਸਬਜ਼ੀ ਲਾਈ ਹੈ। ਵਾਹ, ਮੈਂ ਇਨ ਫਿਊਚਰ ਤੁਹਾਡੇ ਨਾਲ ਇਨਸ਼ਾਅੱਲਾ ਵੀਡੀਓ ਸ਼ੇਅਰ ਕਰਿਆ ਕਰਾਂਗਾ ਔਰ ਤੁਹਾਨੂੰ ਦਿਖਾਵਾਂਗਾ ਬਣਾ ਕੇ ਵੀਡੀਓ। ਤੁਸੀਂ ਦੇਖਣਾ ਕਿ ਉੱਥੇ ਤੇ ਲੋਕ 90+ ਮਾਈਆਂ ਤੇ ਆ ਜਿਹੜੇ ਸਾਡੇ ਵਡੇਰੇ ਬੰਦੇ ਨੇ 90+ ਅੱਜ ਵੀ ਆਪਣੇ ਘਰ ਦੀ ਸਾਰੀ ਸਬਜ਼ੀ ਉਗਾਉਂਦੇ ਨੇ। ਔਰ ਅਸੀਂ ਉਹਨਾਂ ਨੂੰ ਦੇਖਨੇ ਆ ਕਿ ਵਿਹਲਾ ਇੱਕ ਮਿੰਟ ਨਹੀਂ ਪੈਂਦਾ। अगर उनके कोल टाइम है ना तो उन्हें आज सारी सफाई करनी शुरू कर देनी। अच्छा जी, हाँ, मैं बहुत सारी वीडियो इन फ्यूचर ਤੁਹਾਡੇ ਨਾਲ शेयर ਕਰਾਂਗੇ इंशाल्लाह। ਤੁਸੀਂ ਸਾਡੇ ਜਿੰਨੇ ਵੀ ਪਾਕਿਸਤਾਨੀ ਭੈਣਾਂ ਭਰਾ ਨੇ, ਸਾਡੇ ਬਜ਼ੁਰਗ ਨੇ, ਇਹਨਾਂ ਨਾਲ ਸ਼ੇਅਰ ਕਰਨਾ, ਇਹਨਾਂ ਨੂੰ ਦਿਖਾਣਾ ਉਹ ਆਪਣੇ ਮੁਲਕ ਨਾਲ ਇੰਨੀ ਮੁਹੱਬਤ ਕਰਦੇ ਨੇ, ਆਪਣੇ ਮੁਲਕ ਨੂੰ ਇੰਨਾ ਸਾਫ਼ ਰੱਖਦੇ ਨੇ, ਠੀਕ ਹੈ। ਤੇ ਉਹਦੇ ਨਾਲ ਮਤਲਬ ਇਹ ਹੈ ਕਿ ਇੱਕ ਤੇ ਹਰ ਵਕਤ ਸਫਾਈ ਰਹਿੰਦੀ ਹੈ। ਹਕੂਮਤ ਸਾਰੇ ਕੰਮ ਨਹੀਂ ਕਰਦੀ, ਹਕੂਮਤ ਤੇ ਸਾਰਾ ਕੁਝ ਡਿਪੈਂਡ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਸਾਡੇ ਮੁਲਕ ਦੀ ਦੇਖੋ ਨਾ ਕਿ 25 ਬਿਲੀਅਨ ਜਿਹੜਾ ਮਿਲੀਅਨ ਜਿਹੜੀ ਉਹ ਸਾਡੀ ਆਵਾਮ ਹੈ ਤੇ ਵੀ 25 ਕਰੋੜ ਆਵਾਮ ਹੈ ਨਾ। ਇਹਨਾਂ ਲੋਕਾਂ ਦੇ ਸਫਾਈ ਸੁਥਰਾਈ ਦਾ ਕਰਨਾ ਜ਼ਰਾ ਮੁਸ਼ਕਿਲ ਹੈ ਸਾਡੇ ਵਾਸਤੇ। ਅਸੀਂ ਅਗਰ ਇੰਨਾ ਹੀ ਸ਼ੁਰੂ ਕਰ ਦਈਏ ਕਿ ਫਰਜ਼ ਕਰੋ ਰਿਆਜ਼ ਭਾਈ ਦਾ ਯਾਰਡ ਹੈ ਨਾ, ਇੱਥੇ ਕੰਮ ਕਰਦੇ ਨੇ, ਇਹ ਸਿਰਫ ਆਪਣੇ ਯਾਰਡ ਦੀ ਸਫਾਈ ਕਰਨ, ਨੈਕਸਟ ਡੋਰ ਆਪਣੇ ਦੀ ਕਰਨ ਤੇ ਪੂਰਾ ਮੁਲਕ ਸਾਫ਼ ਹੋ ਜਾਏਗਾ, ਸਾਫ਼ ਹੋ ਜਾਏਗਾ, ਠੀਕ ਹੈ। ਇਹ ਨੈਕਸਟ ਦੀ ਨਾ ਸੋਚਣ, ਇਹ ਸਿਰਫ ਆਪਣੇ ਹੀ ਕਰ ਲੈਣ ਨਾ ਧਿਆਨ। ਤੁਸੀਂ ਇਹ ਦੇਖੋ ਅਗਰ ਸਟੈਪ ਬਾਈ ਸਟੈਪ ਘਰਾਂ ਵਾਲੇ ਵੀ ਇਸ ਤਰ੍ਹਾਂ ਕਰਨ ਤੇ ਸਾਡਾ ਸਾਰਾ ਮੁਲਕ ਨੀਟ ਐਂਡ ਕਲੀਨ ਹੋ ਜਾਏਗਾ ਔਰ ਇੱਕ ਦਿਨ ਵਿੱਚ ਹੋ ਜਾਏਗਾ। ਬਿਲਕੁਲ ਸਮਝਿਓ, ਤੁਸੀਂ ਸਿਰਫ ਆਪਣਾ ਕੰਮ ਕਰੋ, ਕਿਸੇ ਦਾ ਨਾ ਕਰੋ, ਆਪਣਾ ਸਾਫ ਸੁਥਰਾ ਕਰ ਦਿਓ। ਇਹ ਸਾਡਾ ਮੁਲਕ ਬੜਾ ਹੀ ਅੱਛਾ ਮੁਲਕ ਹੈ, ਇੰਨਾ ਪਿਆਰੇ ਮੌਸਮ ਨੇ। ਬਾਕੀ ਮੁਲਕ ਨੇ ਉਹਨਾਂ ਕਿਸੇ ਸਰਦੀ ਜ਼ਿਆਦਾ ਹੈ, ਕਿਸੇ 'ਚ ਗਰਮੀ ਜ਼ਿਆਦਾ ਹੈ। ਹਾਂਜੀ, ਕਈਆਂ 'ਚ ਪਹਾੜ ਜ਼ਿਆਦਾ ਨੇ, ਠੀਕ ਹੈ ਨਾ, ਕਈਆਂ 'ਚ ਬਾਰਿਸ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਸਾਡੇ ਮੁਲਕ 'ਚ ਮੌਸਮ ਚਾਰ ਨੇ, ਠੀਕ ਹੈ, ਗਰਮੀ ਵੀ ਹੈ, ਸਰਦੀ भी है। इन्ना खूबसूरत धरती पूरी दुनिया ते नहीं है माशाअल्लाह। मैं काफी सारे मुल्क फिरिया वा, बड़े अच्छे ने, सिर्फ की उन्हें साफ सुथरे रखे ने। साडे मुल्क नूं भी साडी आवाम नूं भी चाहिए कि कोऑपरेटिव होवे, एक दूसरे की मदद करन। हाँ जी, तो कोशिश करके नीट एंड क्लीन करन। किते भी कोई चीज इस तरह गारबेज वगैरह जिहड़ा वो डस्टबिन च पान ते इंशाअल्लाह सारा मुल्क साफ हो जाएगा। असीं आवाम ने चीज़ां सट्टियां ने, अगर यही चीज़ां असीं खुद
अपने अच्छे तरीके के डस्टबिन करनी शुरू कर दईए तो साडे मुल्क च गंदगी कितों आ जानी है। इंडिया तो नहीं आती सारी गंदगी, या फर्ज करो असं कहिए बांग्लादेश तो आ जाती है, अफगानिस्तान तो आ जाती है, तो साडे मुल्क का ही है। सिर्फ सानू थोड़ा जिहा ख्याल करना पैना कि असी अपनी चीज़ां जिहड़ियां ने उन्होंने अच्छे तरीके नाल घर विच करिए। बिल्कुल सर, ठीक है जी, बहुत मेहरबानी जी, बहुत शुक्रिया जनाब, थैंक यू, वेलकम। इंशाल्लाह फ्यूचर फिर होएगी मुलाकात।